सत श्री अकाल जी, तुसी देख रहे हो साडा यूट्यूब चैनल दिवजोत अकैडमी। मेरा नाम है मनप्रीत कौर। मैं पंजाबी विभाग पंजाब यूनिवर्सिटी चंडीगढ़ दी रिसर्च स्कॉलर हाँ। तुसी सतिंदर सरताज नूं जरूर सुनिया होना। सतिंदर सरताज दा एक गीत है, मैं गुरमुखी दा बेटा मैनू तोर देने अखर, मां खेलने नूं दिते बड़ी लोर देने अखर। तुसी सोच रहे होंगे कि मैं सतिंदर सरताज नूं क्यों याद कर रही हाँ, क्योंकि साडा जिहड़ा अज दा विशा है वो सतिंदर सरताज दे इस गाने नाल हूबहू मैच करदा है। जी हाँ, तुसी समझ ही गए होंगे, साडा अज दा विशा है गुरमुखी लिपि। गुरमुखी लिपि नूं समझण तो पहलां सानू ये जानना जरूरी है कि लिपि की हुंदी है। लिपि नूं जे मैं सौखे शब्दां दे विच दस्सां, जदों असीं किसी भाषा दीयां धुनियां नूं जां भाषाई बोलां नूं लिखती रूप दे विच अंकित करदे हां ਤਾਂ ਉਹਨਾਂ ਨੂੰ ਅੰਕਿਤ ਕਰਨ ਦੇ ਲਈ ਜਿਹੜੇ ਚਿੰਨ ਵਰਤੇ ਜਾਂਦੇ ਆ, ਉਹਨਾਂ ਚਿੰਨਾਂ ਦੇ ਸਮੂਹ ਨੂੰ ਅਸੀਂ ਲਿਪੀ ਆਖਦੇ ਆ। ਮਤਲਬ ਜਿਵੇਂ ਪੰਜਾਬੀ ਦੇ ਵਿੱਚ ਅਸੀਂ ਊੜਾ ਆੜਾ ਈੜੀ ਸੱਸਾ ਲਿਖਦੇ ਆ, ਤਾਂ ਉਹ ਜਿਹੜੇ ਚਿੰਨ ਨੇ ਜਿਨ੍ਹਾਂ ਨੂੰ ਅਸੀਂ ਲਿਖਤੀ ਆਧਾਰ ਬਣਾਉਂਦੇ ਆ, ਉਹਨਾਂ ਨੂੰ ਅਸੀਂ ਲਿਪੀ ਕਹਾਂਗੇ। ਹਰ ਭਾਸ਼ਾ ਦੀ ਆਪਣੀ ਇੱਕ ਲਿਪੀ ਹੁੰਦੀ ਆ, ਜਿਵੇਂ ਹਿੰਦੀ ਦੀ ਦੇਵਨਾਗਰੀ ਹੋ ਗਈ, ਅੰਗਰੇਜ਼ੀ ਦੀ ਰੋਮਨ ਲਿਪੀ ਹੋ ਗਈ, ਇਸੇ ਤਰ੍ਹਾਂ ਪੰਜਾਬੀ ਦੀ ਗੁਰਮੁਖੀ ਲਿਪੀ ਆ। ਹੁਣ ਤੁਸੀਂ ਸੋਚੋਗੇ ਕਿ ਗੁਰਮੁਖੀ ਲਿਪੀ ਦਾ ਨਾਂ ਗੁਰਮੁਖੀ ਕਿਉਂ ਪਿਆ। ਗੁਰਮੁਖੀ ਦਾ ਅਰਥ ਆ ਗੁਰੂਆਂ ਦੇ ਮੂੰਹ ਜਾਂ ਗੁਰੂਆਂ ਦੇ ਮੁਖ ਚੋਂ ਨਿਕਲਣ ਵਾਲੀ ਲਿਪੀ, ਕਿਉਂਕਿ ਇਹ ਮੰਨਿਆ ਜਾਂਦਾ ਵਾ ਕਿ ਜਿਹੜੀ ਇਹ ਲਿਪੀ ਹੈ ਇਹ ਗੁਰੂ ਅੰਗਦ ਦੇਵ ਜੀ ਨੇ ਬਣਾਈ ਸੀ, ਜੋ ਕਿ ਸਿੱਖਾਂ ਦੇ ਦੂਜੇ ਗੁਰੂ ਸਨ। ਹੁਣ ਇਸ ਵਿਚਾਰ ਬਾਰੇ ਬਹੁਤ ਸਾਰੇ ਵਿਦਵਾਨਾਂ ਦੇ ਬਹੁਤ ਸਾਰੇ ਮਤਭੇਦ ਨੇ। ਕਈ ਵਿਦਵਾਨ ਇਸ ਗੱਲ ਨੂੰ ਸੱਚ ਮੰਨਦੇ ਨੇ ਕਿ ਗੁਰਮੁਖੀ ਲਿਪੀ ਦੀ ਜਿਹੜੀ ਰਚਨਾ ਵਾ ਉਹ ਗੁਰੂ ਅੰਗਦ ਦੇਵ ਜੀ ਨੇ ਕੀਤੀ, ਤੇ ਬਹੁਤ ਸਾਰੇ ਵਿਦਵਾਨ ਜਿਹੜੇ ਉਹ ਇਸ ਗੱਲ ਨੂੰ ਨਹੀਂ ਵੀ ਮੰਨਦੇ। ਚਲੋ ਅਸੀਂ ਕੁਝ ਵਿਦਵਾਨਾਂ ਦਾ ਹਵਾਲਾ ਲੈ ਲੈਂਦੇ ਹਾਂ। ਪਹਿਲਾ ਹਵਾਲਾ ਸਾਨੂੰ ਮਿਲਦਾ ਬਾਬਾ ਮੋਹਨ ਸਿੰਘ ਦੀ ਇੱਕ ਪੋਥੀ, ਜਿਹੜਾ ਇਹ ਹਵਾਲਾ ਵਾ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਨੇ ਦਿੱਤਾ ਕਿ ਬਾਬਾ ਮੋਹਨ ਸਿੰਘ ਦੀ ਇੱਕ ਪੋਥੀ ਦੇ ਵਿੱਚ ਲਿਖਿਆ ਹੋਇਆ ਗੁਰੂ ਅੰਗਦ ਗੁਰਮੁਖੀ ਅੱਖਰ ਬਣਾਏ, ਭਾਵ ਕਿ ਗੁਰੂ ਅੰਗਦ ਦੇਵ ਜੀ ਨੇ ਹੀ ਗੁਰਮੁਖੀ ਅੱਖਰਾਂ ਦੀ ਰਚਨਾ ਕੀਤੀ। ਕੁਝ ਅੰਗਰੇਜ਼ ਵਿਦਵਾਨ ਜੋ ਜਿਵੇਂ ਮੈਕਾਲਫ ਹੋ ਗਿਆ, ਉਹਨਾਂ ਦੇ ਵੀ ਹਵਾਲੇ ਅਸੀਂ ਦੇਖ ਸਕਦੇ ਹਾਂ। ਮੈਕਾਲਫ ਲਿਖਦਾ ਉਸ ਸਮੇਂ ਸੰਸਕ੍ਰਿਤ ਦੇ ਵਿੱਚ ਜਿਹੜੇ ਬਾਕੀ ਸੰਤ ਸੁਧਾਰਕ ਸੀਗੇ ਉਹ ਸੰਸਕ੍ਰਿਤ ਦੇ ਵਿੱਚ ਲਿਖਦੇ ਸੀਗੇ। ਉਹਨਾਂ ਨੂੰ ਲੱਗਿਆ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਅੰਕਿਤ ਕਰਨ ਦੇ ਲਈ ਕਿਸੇ ਵਿਸ਼ੇਸ਼ ਭਾਸ਼ਾ ਦੀ ਲੋੜ ਆ। ਇਸੇ ਵਿਸ਼ੇਸ਼ ਭਾਸ਼ਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹਨਾਂ ਨੇ ਸੰਸਕ੍ਰਿਤ ਭਾਸ਼ਾ ਦੇ ਜਿਹੜੇ ਸ਼ਬਦ ਆ ਉਹਨਾਂ ਦੇ ਵਿੱਚ ਕੁਝ ਸੋਧ ਕੀਤੀ ਤੇ ਇੱਕ ਨਵੀਂ ਲਿਪੀ ਨੂੰ ਜਨਮ ਦਿੱਤਾ, ਜਿਹਨੂੰ ਗੁਰਮੁਖੀ ਲਿਪੀ ਵਜੋਂ ਜਾਣਿਆ ਜਾਣ ਲੱਗ ਗਿਆ। ਜੀ.ਵੀ. ਸਿੰਘ ਨੇ ਆਪਣੀ ਪੁਸਤਕ ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ ਦੇ ਵਿੱਚ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਗੁਰੂ ਸਾਹਿਬਾਨ ਦਾ ਜਾਂ ਗੁਰੂ ਅੰਗਦ ਦੇਵ ਜੀ ਦਾ ਇਸ ਗੁਰਮੁਖੀ ਲਿਪੀ ਦੇ ਨਾਲ ਕੋਈ ਵਾਵਸਤਾ ਨਹੀਂ। ਸਿਰਫ ਗੁਰਮੁਖੀ ਨਾਮ ਤੋਂ ਇਲਾਵਾ ਇਹਨਾਂ ਦਾ ਸਿੱਖਾਂ ਦੇ ਨਾਲ ਕੋਈ ਵਾਸਤਾ ਨਹੀਂ। ਇਸੇ ਤਰ੍ਹਾਂ ਡਾਕਟਰ ਤਰਲੋਚਨ ਸਿੰਘ ਦਾ ਵੀ ਇਹੀ ਮੰਨਣਾ ਕਿ ਗੁਰੂ ਸਾਹਿਬਾਨ ਨੇ ਜਿਹੜੀ ਇਹ ਲਿਪੀ ਨਹੀਂ ਬਣਾਈ, ਬਲਕਿ ਇਹ 10ਵੀਂ ਸਦੀ ਦੇ ਵਿੱਚ ਹੀ ਹੋਂਦ ਦੇ ਵਿੱਚ ਆ ਚੁੱਕੀ ਸੀ। ਵਿਦਵਾਨਾਂ ਦੇ ਵਿਰੋਧੀ ਵਿਚਾਰਾਂ ਨੂੰ ਦੇਖਦੇ ਹੋਏ ਅਸੀਂ ਇਸ ਨਤੀਜੇ ਤੇ ਪਹੁੰਚ ਸਕਦੇ ਹਾਂ ਕਿ ਹਾਲੇ ਗੁਰਮੁਖੀ ਲਿਪੀ ਦੇ ਜਿਹੜਾ ਨਿਕਾਸ ਤੇ ਵਿਕਾਸ ਆ ਜਾਂ ਗੁਰਮੁਖੀ ਲਿਪੀ ਦੇ ਬਾਰੇ ਹੋਰ ਖੋਜ ਦੀ ਲੋੜ ਆ, ਹੋਰ ਵਿਗਿਆਨਿਕ ਖੋਜ ਦੀ ਲੋੜ ਹਜੇ ਹੈ। ਅਸੀਂ ਇੰਨਾ ਕਹਿ ਸਕਦੇ ਹਾਂ ਕਿ ਗੁਰੂ ਸਾਹਿਬਾਨ ਦਾ ਯੋਗਦਾਨ ਇਹ ਜ਼ਰੂਰ ਰਿਹਾ ਕਿ ਉਸ ਸਮੇਂ ਜਿਹੜੇ ਲੋਕ ਜੋ ਆਮ ਭਾਸ਼ਾ ਦੇ ਵਿੱਚ ਬੋਲਦੇ ਸਨ, ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਉਸੇ ਭਾਸ਼ਾ ਦੇ ਵਿੱਚ ਸੰਪਾਦਨਾ ਕਰਕੇ, ਉਸੇ ਭਾਸ਼ਾ ਨੂੰ ਪ੍ਰਚਲਿਤ ਕਰਕੇ ਗੁਰਮੁਖੀ ਲਿਪੀ ਨੂੰ ਆਪਣਾ ਬਣਦਾ ਮਾਣ ਤੇ ਸਤਿਕਾਰ ਜਿਹੜਾ ਦਿੱਤਾ, ਜਿਹਦੇ ਕਰਕੇ ਗੁਰਮੁਖੀ ਲਿਪੀ ਜਿਹੜੀ ਆ ਉਹ ਬਹੁਤ ਜ਼ਿਆਦਾ ਪ੍ਰਸਿੱਧ ਹੋਈ। आओ हुण जान लेंदे आ गुरमुखी लिपि बारे कुछ विशेष तत्त। गुरमुखी लिपि नूं असीं 35 अखरी भी कहंदे आ। हुण 35 अखरी असीं क्यों कहंदे आ? इहदा कारण इह आ कि ऊड़े तो लैके राड़े तक जिहड़े गुरमुखी लिपि दे अखर ने उन्हां दी जिहड़ी गिणती आ ओह 35 बनदी आ। मतलब ऊड़े तो लैके डाड़े तक जे तुसीं काउंट करो तां 35 अखर ने, जिहदे करके इहनूं 35 अखरी कहा जांदा। ਤੁਸੀਂ ਇਹ ਤਾਂ ਜਾਣਦੇ ਹੀ ਹੋ ਕਿ ਪੰਜਾਬ ਦੇ ਵਿੱਚ ਅਰਬੀ ਤੇ ਫਾਰਸੀ ਦਾ ਸ਼ੁਰੂ ਤੋਂ ਹੀ ਬਹੁਤ ਪ੍ਰਭਾਵ ਰਿਹਾ। ਇਸੇ ਪ੍ਰਭਾਵ ਨੂੰ ਅੰਕਿਤ ਕਰਨ ਲਈ ਅਰਬੀ ਤੇ ਫਾਰਸੀ ਦੀਆਂ ਧੁਨੀਆਂ ਨੂੰ ਅੰਕਿਤ ਕਰਨ ਲਈ 6 ਚਿੰਨ ਜੋ ਪਹਿਲਾਂ ਹੀ ਮੌਜੂਦ ਸੀਗੇ, ਉਹਨਾਂ ਨੂੰ ਬਿੰਦੀ, ਪੈਰ ਦੇ ਵਿੱਚ ਬਿੰਦੀ ਪਾ ਕੇ ਅੰਕਿਤ ਕੀਤਾ ਗਿਆ ਫਾਰਸੀ ਧੁਨੀਆਂ ਦੇ ਲਈ। ਇਹ 6 ਚਿੰਨ ਸਨ: ਸੱਸਾ, ਖੱਖਾ, ਗੱਗਾ, ਜੱਜਾ, ਫੱਫਾ ਤੇ ਲੱਲਾ। ਪੰਜਾਬੀ ਲਿਪੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ 9 ਤਰ੍ਹਾਂ ਦੀਆਂ ਲਗਾ ਜਿਹੜੀਆਂ ਇਹਦੇ ਵਿੱਚ ਵਰਤੀਆਂ ਜਾਂਦੀਆਂ ਨੇ। ਇਹ 9 ਲਗਾ ਕਿਹੜੀਆਂ ਨੇ?
ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦਲੈਂਕੜ, ਲਾ, ਦੁਲਾ, ਹੋੜਾ ਤੇ ਕਨੌੜਾ। ਇਸ ਤੋਂ ਇਲਾਵਾ ਇੱਕ ਮੁਕਤਾ ਸ਼ਬਦ ਵੀ ਵਰਤਿਆ ਜਾਂਦਾ ਹੈ। ਮੁਕਤਾ ਅੱਖਰ ਉਹ ਹੁੰਦਾ ਹੈ ਜਿਹਦੇ ਨਾਲ ਕੋਈ ਲਗ ਮਾਤਰਾ ਜਿਹੜੀ ਆ ਉਹ ਨਹੀਂ ਲੱਗਦੀ। ਇਸ ਨੂੰ ਆੜਾ ਸ਼ਬਦ ਦੇ ਨਾਲ ਅੰਕਿਤ ਕੀਤਾ ਜਾਂਦਾ ਹੈ, ਆ ਧੁਨੀ ਦੇ ਨਾਲ, ਜਿਹੜੀ ਕਿ ਸਵਰ ਵਾਹਕ ਹੈ। ਮੈਂ ਤੁਹਾਨੂੰ ਪਿਛਲੀ ਵੀਡੀਓ 'ਚ ਵੀ ਦੱਸਿਆ ਸੀ ਕਿ ਊੜਾ, ਆੜਾ, ਈੜੀ 3 ਸਵਰ ਵਾਹਕ ਨੇ ਤੇ ਮੁਕਤਾ ਸ਼ਬਦ ਨੂੰ ਆੜਾ ਦੇ ਨਾਲ ਅੰਕਿਤ ਕੀਤਾ ਜਾਂਦਾ ਹੈ। ਕਈ ਵਾਰ ਤੁਹਾਨੂੰ ਪੇਪਰ ਦੇ ਵਿੱਚ ਇੱਕ ਕੁਐਸਚਨ ਆ ਜਾਂਦਾ ਕਿ ਪੰਜਾਬੀ ਭਾਸ਼ਾ ਦੇ ਕੁੱਲ ਕਿੰਨੇ ਲਗਾਖਰ ਹਨ। ਲਗਾਖਰ ਪੰਜਾਬੀ ਭਾਸ਼ਾ ਦੇ ਕੁੱਲ 3 ਹਨ। ਇਹ 3 ਲਗਾਖਰ ਕਿਹੜੇ-ਕਿਹੜੇ ਨੇ? ਨੰਬਰ 1 ਬਿੰਦੀ, ਨੰਬਰ 2 ਟਿੱਪੀ ਤੇ ਨੰਬਰ 3 ਅੱਧਕ। ਇਹਨਾਂ ਨੂੰ ਅਸੀਂ ਲਗਾਖਰ ਆਖਦੇ ਹਾਂ। ਲਗਾਖਰ ਇਹਨਾਂ ਨੂੰ ਇਸ ਲਈ ਕਿਹਾ ਜਾਂਦਾ ਕਿਉਂਕਿ ਇਹ ਲਗਾਂ ਦੇ ਨਾਲ ਆਉਂਦੇ ਹਨ। ਬਿੰਦੀ ਤੇ ਟਿੱਪੀ ਨਾਸਕੀ ਧੁਨੀਆਂ ਨੂੰ ਅੰਕਿਤ ਕਰਨ ਲਈ ਵਰਤਿਆ ਜਾਂਦਾ। ਮੈਂ ਤੁਹਾਨੂੰ ਪਹਿਲਾਂ ਨਾਸਕੀ ਸ਼ਬਦ ਜਿਹੜੇ ਉਹ ਕਰਾਏ ਸੀ, ਜਿਨ੍ਹਾਂ ਦੀ ਆਵਾਜ਼ ਮੂੰਹ ਰਾਹੀਂ ਨਹੀਂ ਬਲਕਿ ਨੱਕ ਰਾਹੀਂ ਆਉਂਦੀ ਆ, ਉਹਨਾਂ ਨੂੰ ਅਸੀਂ ਨਾਸਕੀ ਧੁਨੀਆਂ ਆਖਦੇ ਆ। ਅਦਕ ਦਾ ਪ੍ਰਯੋਗ ਅਸੀਂ ਉੱਥੇ ਕਰਦੇ ਆ ਜਿੱਥੇ ਅਸੀਂ ਸ਼ਬਦਾਂ ਦੇ ਉੱਤੇ ਬਲ ਦੇਣਾ ਹੋਵੇ, ਜਿਵੇਂ ਪਤਾ, ਪੱਤਾ। ਤਾਂ ਜਿੱਥੇ ਵੀ ਬਲ ਸਹਿਤ ਕੋਈ ਧੁਨੀ ਆਵੇਗੀ ਉੱਥੇ ਅਦਕ ਦੀ ਵਰਤੋਂ ਜਿਹੜੀ ਆ ਉਹ ਕੀਤੀ ਜਾਂਦੀ ਹੈ। ਹੁਣ ਅਸੀਂ ਜਾਣਦੇ ਹਾਂ ਕਿ ਦੁੱਤ ਅੱਖਰ ਕਿਹੜੇ ਹੁੰਦੇ ਨੇ। ਦੁੱਤ ਅੱਖਰਾਂ ਨੂੰ ਅਸੀਂ ਸੰਯੁਕਤ ਅੱਖਰ ਵੀ ਕਹਿ ਦਿੰਦੇ ਆ। ਪੰਜਾਬੀ ਦੇ ਵਿੱਚ ਕੁੱਲ 3 ਤਰ੍ਹਾਂ ਦੇ ਦੁੱਤ ਅੱਖਰ ਹੁੰਦੇ ਨੇ। ਇਹ 3 ਦੁੱਤ ਨੇ ਹਾਹਾ, ਰਾਰਾ ਤੇ ਵਾਵਾ। ਇਹ ਉਹ ਚਿੰਨ੍ਹ ਨੇ ਜਿਹੜੇ ਕਿ ਸੁਤੰਤਰ ਤੌਰ ਦੇ ਵਿੱਚ ਵੀ ਆਪਣਾ ਜਿਹੜਾ ਭਾਸ਼ਾਈ ਪਛਾਣ ਰੱਖਦੇ ਆ ਤੇ ਦੂਜੇ ਧੁਨੀਆਂ ਦੇ ਪੈਰਾਂ ਦੇ ਵਿੱਚ ਵੀ ਆ ਕੇ, ਦੂਸਰੇ ਚਿੰਨ੍ਹਾਂ ਦੇ ਪੈਰਾਂ ਦੇ ਵਿੱਚ ਆ ਕੇ ਵੀ ਆਪਣਾ ਅਰਥ ਜਿਹੜਾ ਵਾ ਉਹ ਸਾਕਾਰ ਕਰਦੇ ਨੇ। ਇਹਨਾਂ ਨੂੰ ਮਤਲਬ ਅਸੀਂ ਪੈਰਾਂ 'ਚ ਵੀ ਪਾ ਸਕਦੇ ਆ ਤੇ ਦੂਸਰੇ ਲੋਟ ਵੀ ਇਹਨਾਂ ਨੂੰ ਦੇਖਿਆ ਜਾ ਸਕਦਾ। ਇਹ 3 ਕਿਹੜੇ ਨੇ? ਹਾਹਾ, ਰਾਰਾ ਤੇ ਵਾਵਾ। ਜਿਵੇਂ ਮੇਰਾ ਨਾਮ ਮਨਪ੍ਰੀਤ ਆ, ਜਦੋਂ ਮੈਂ ਆਪਣਾ ਨਾਮ ਲਿਖਦੀ ਆ ਤਾਂ ਮੈਂ ਪੱਪੇ ਦੇ ਪੈਰ 'ਚ ਰਾਰਾ ਪਾਉਣੀ ਆ, ਤਾਂ ਇਹ ਕੀ ਆ? ਦੁੱਤ ਅੱਖਰ ਜਾਂ ਸੰਯੁਕਤ ਅੱਖਰ। ਇਹ ਸੀ ਸਾਡਾ ਅੱਜ ਦਾ ਵਿਸ਼ਾ ਗੁਰਮੁਖੀ ਲਿਪੀ। ਉਮੀਦ ਕਰਦੇ ਆ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ। ਹੋਰ ਵਧੇਰੇ ਜਾਣਕਾਰੀ ਤੇ ਹੋਰ ਵਧੇਰੇ ਵੀਡੀਓਜ਼ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਓ। ਅਸੀਂ ਫੇਰ ਮਿਲਾਂਗੇ ਤੁਹਾਨੂੰ ਸਾਡੇ ਅਗਲੇ ਵਿਸ਼ੇ ਨਾਲ ਤੇ ਅਗਲੀ ਵੀਡੀਓ ਦੇ ਨਾਲ। ਤਦ ਤੱਕ ਦੇ ਲਈ ਰੱਬ ਰਾਖਾ।